सत श्री अकाल, तुसीं देख रहे हो चैनल शान पंजाबी ते अज असीं गल करन जा रहे हां पंजाबी एक्टर दीप सिद्धू दे बारे। साडे हिंदुस्तान दे विच जदों भी कोई भी मुद्दा उठदा है तां उस दे उत्ते दीप सिद्धू अपने वल्लों कोई ना कोई बयान जरूर दिंदे ने ताकि उस मुद्दे दे उत्ते कोई ना कोई अपने वल्लों खुलासा कर सकण। अते हुण दीप सिद्धू ने संत जरनैल सिंह भिंडरीए वाले नूं लै के कुछ बयान दित्ते ने। आओ तुहानूं दिखाने आ की कहा है दीप सिद्धू ने। सरकार इहनूं एक हॉलोकॉस्ट कह लो जिहड़ा कि साडे सिੱਖੀ ਦਾ ਜਿਹੜਾ ਪ੍ਰਤੀਕ ਆ ਜਾਂ ਸਾਡਾ ਜਿਹੜਾ ਪ੍ਰੇਰਨਾ ਸਰੋਤ ਆ, ਸਾਡਾ ਸੋਮਾ ਸਿੱਖੀ ਦਾ, ਉਹਦੇ ਤੇ ਅਟੈਕ ਹੋਇਆ। ਇਹ ਅਟੈਕ ਅਸੀਂ ਸੁਣਦੇ ਸੀ ਵੀ ਅਬਦਾਲੀ ਨੇ ਕੀਤਾ ਸੀ, 18ਵੀਂ ਸਦੀ 'ਚ ਅਟੈਕ ਹੁੰਦੇ ਆਏ ਸੀ, ਪਰ ਉਸ ਤੋਂ ਬਾਅਦ ਜਦੋਂ ਸਾਡੇ ਆਪਦਿਆਂ ਨੇ ਹੀ ਉੱਥੇ ਫੌਜ ਚੜਾਈ, ਉਹਦੇ ਤੇ ਅਟੈਕ ਕੀਤਾ ਸਾਡੇ ਉਸ ਅਸਥਾਨ ਤੇ ਜਿਹੜਾ ਸਾਨੂੰ ਆਪਦੀ ਜਾਨ ਤੋਂ ਵੀ ਜ਼ਿਆਦਾ ਪਿਆਰਾ, ਤਾਂ ਇਹ ਗੱਲ ਹਜਮ ਕਰਨੀ ਬੜੀ ਔਖੀ ਆ ਸਾਡੇ ਲਈ। ਪਰ ਮੇਰਾ ਰੂਬਰੂ ਹੋਣ ਦਾ ਕਾਰਨ ਇਹ ਆ ਵੀ ਇਸ ਗੱਲ ਕਰਕੇ ਅੱਜ ਦੀ ਡੇਟ ਤਾਈਂ, ਇਸ ਤਰੀਕ ਤਾਈਂ ਵੀ ਦੋ ਧਿਰਾਂ ਖੜੀਆਂ ਹੋ ਗਈਆਂ। ਇੱਕ ਤੇ ਰੋਹ ਸੀ ਜਿਹੜੀ ਕਹਿੰਦੀ ਆ ਵੀ ਜਿਹੜਾ ਅਟੈਕ ਹੋਇਆ ਸਾਡਾ, ਜਿਹੜਾ ਹਰਮੰਦਰ ਸਾਹਿਬ ਤੇ ਤੁਸੀਂ ਅਟੈਕ ਕੀਤਾ, ਫੌਜ ਦੇ ਰਾਹੀਂ ਅਟੈਕ ਕੀਤਾ, ਉਸ ਤੋਂ ਬਾਅਦ ਬਚਿਆ ਹੀ ਕੀ ਆ ਵੀ ਹੁਣ ਸਾਡੇ ਜਿਉਣ ਦਾ ਵੀ ਕੋਈ ਮਤਲਬ ਨਹੀਂ। ਇੱਕ ਤੇ ਰੋਹ ਸੀ ਜਿਹੜੀ ਇਹ ਕਹਿੰਦੀ ਆ ਵੀ ਸਾਡੇ ਸਿੱਖ ਜਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਉਹ ਠੀਕ ਸੀ, ਤੇ ਇੱਕ ਧਿਰ ਇਹ ਕਹਿਣ ਲੱਗੀ ਵੀ ਇਹ ਗੱਲ ਆ ਜਿਹੜੀ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਜੀ ਕਰਕੇ ਹੋਈ ਆ। ਸਰਕਾਰ ਠੀਕ ਸੀ, ਸਰਕਾਰ ਉਹਨਾਂ ਨੂੰ ਫੜਨਾ ਚਾਹੁੰਦੀ ਸੀ ਜਾਂ ਉਹਨਾਂ ਨੂੰ ਦਰਬਾਰ ਸਾਹਿਬ ਚੋਂ ਬਾਹਰ ਕੱਢਣਾ ਚਾਹੁੰਦੀ ਸੀ। ਹੁਣ ਜਿਹੜੀ ਗੱਲ ਆ, ਇੱਕ ਪਾਸੇ ਜੇ ਆਪਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੀ ਨੂੰ ਰੱਖ ਲਾਂਗੇ, ਇੱਕ ਪਾਸੇ ਆਪਾਂ ਸਰਕਾਰ ਜਾਂ ਇੰਦਰਾ ਗਾਂਧੀ ਨੂੰ ਰੱਖ ਲਾਂਗੇ, ਸਪੈਸ਼ਲੀ ਇੰਦਰਾ ਗਾਂਧੀ ਨੂੰ। ਇਹ ਗੱਲ ਜਾਂ ਇਹ ਵਰਤਾਰਾ ਇੰਨਾ ਕੰਪਲੈਕਸ ਸੀ ਜਾਂ ਇੰਨਾ ਕੰਪਲੈਕਸ ਹੈ, ਇਹ ਵਿਅਕਤੀਗਤ ਰੂਪ 'ਚ ਨਹੀਂ ਦੇਖਿਆ ਜਾ ਸਕਦਾ। ਇਹਨੂੰ ਵਿਅਕਤੀਗਤ ਰੂਪ 'ਚ ਨਾ ਤੁਸੀਂ ਸਮਝਿਓ ਵੀ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਦਿਨ ਉੱਠੇ, ਉਹਨਾਂ ਨੂੰ ਗੁੱਸਾ ਚੜਿਆ ਤੇ ਉਹਨਾਂ ਨੇ ਸਰਕਾਰ ਦੇ ਅਗੇਂਸਟ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਇਹ ਇਹੋ ਜਿਹੀ ਕੋਈ ਗੱਲ ਨਹੀਂ ਸੀ। ਤੇ ਉਵੇਂ ਹੀ ਜਿਹੜਾ ਸਾਡਾ ਇਸ ਮੂਵਮੈਂਟ 'ਚ ਜਿਹੜੇ ਨੇ ਜਾਂ ਇਸ ਬਲੂ ਸਟਾਰ 1984 ਜਿਹੜਾ ਵਰਤਾਰਾ ਹੋਇਆ, ਇਹ ਮੈਸੇਕਰ ਹੋਇਆ ਸਿੱਖਾਂ ਦਾ, ਉਦੋਂ ਬਾਅਦ ਅਲੀਟ ਆ ਜਿਹੜਾ ਸਾਡਾ, ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ। ਜਿਹੜਾ ਸਾਡਾ ਪੜ੍ਹਿਆ ਲਿਖਿਆ ਵਰਗ ਆ ਸਿੱਖਾਂ ਦਾ, ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ। ਉਹ ਇਸ ਕਰਕੇ ਨਹੀਂ ਦਿੱਤਾ ਕਿਉਂਕਿ ਉਹ ਹਰ ਵਰਤਾਰੇ ਨੂੰ, ਹਰ ਸਟੇਟ ਦਾ ਜਿਹੜਾ ਜਾਂ ਰਾਸ਼ਟਰਵਾਦ ਦਾ ਜਿਹੜਾ ਕੋਈ ਪਾਲਿਸੀ ਆ, ਉਹਨੂੰ ਨੈਸ਼ਨਲਿਜ਼ਮ ਜਾਂ ਰਾਸ਼ਟਰਵਾਦ ਦੇ ਨਜ਼ਰੀਏ ਤੋਂ ਦੇਖਦੇ ਆ। ਉਹਨਾਂ ਨੂੰ ਇਹ ਲੱਗਿਆ ਜੀ ਦੇਖੋ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬੈਠੇ ਸੀ, ਉਹਨਾਂ ਨੂੰ ਅਸੀਂ ਚੇਤਾਵਨੀ ਵੀ ਦਿੱਤੀ ਵੀ ਬਾਹਰ ਆ ਜਾਓ, ਉਹ ਬਾਹਰ ਨਹੀਂ ਆਏ ਤਾਂ ਆਰਮੀ ਨੇ ਐਕਸ਼ਨ ਲਿਆ ਤੇ ਉਹ ਜਸਟੀਫਾਈਡ ਸੀ। ਇਹ ਇੰਨੀ ਸਿੰਪਲ ਗੱਲ ਨਹੀਂ ਆ, ਵਿਅਕਤੀਗਤ ਗੱਲ ਨਹੀਂ ਆ। ਜਦੋਂ ਕੋਈ ਲਹਿਰ ਉੱਠਦੀ ਆ ਨਾ, ਜਦੋਂ ਕੋਈ ਮੂਵਮੈਂਟ ਸ਼ੁਰੂ ਹੁੰਦੀ ਆ, ਉਹ ਮੂਵਮੈਂਟ ਨੂੰ ਸਮਝਣਾ, ਉਹਦਾ ਵਿਸ਼ਲੇਸ਼ਣ ਕਰਨਾ, ਉਹਦਾ ਪੜਚੋਲ ਕਰਨਾ, ਜਾਂ ਉਹਨਾਂ ਹਿਸਟੋਰੀਅਨਸ ਨੂੰ ਪੜ੍ਹਨਾ ਜਿਨ੍ਹਾਂ ਨੇ ਉਹਨਾਂ ਦਾ ਪੜਚੋਲ ਕੀਤਾ ਹੋਇਆ, ਜਿਨ੍ਹਾਂ ਨੇ ਵਿਸ਼ਲੇਸ਼ਣ ਕੀਤਾ ਹੋਇਆ, ਬਹੁਤ ਜ਼ਰੂਰੀ ਹੁੰਦਾ। ਇਹ ਮੂਵਮੈਂਟ ਇੰਨੀ ਕੋਈ ਸੌਖੀ ਗੱਲ ਨਹੀਂ ਹੁੰਦੀ। ਇਹ ਲਹਿਰ ਜਿਹੜੀ ਉੱਠੀ ਉਸ ਵੇਲੇ, ਜਿਹੜੀ ਪਹਿਲਾਂ ਅਨੰਦਪੁਰ ਸਾਹਿਬ ਮਤੇ ਤੇ ਆ ਕੇ ਟਿਕੀ, ਤੇ ਸਾਨੂੰ ਐਂ ਲੱਗਿਆ ਵੀ ਸਾਡਾ ਹਜੇ ਤੱਕ ਟਰਸਟ ਬ੍ਰੀਚ ਨਹੀਂ ਹੋਇਆ। ਅਸੀਂ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰਦੇ ਹਾਂ। ਉਸ ਅਨੰਦਪੁਰ ਸਾਹਿਬ ਮਤੇ ਤੋਂ ਬਾਅਦ ਜਿੱਦੇ ਅਟੈਕ ਹਰਮੰਦਰ ਸਾਹਿਬ ਤੇ ਹੋ ਗਿਆ, ਉਹਦੇ ਸਾਨੂੰ ਇਹ ਲੱਗਿਆ ਵੀ ਸਾਡਾ ਟਰਸਟ ਬ੍ਰੀਚ ਹੋ ਗਿਆ। ਹੁਣ ਇਸ ਨੈਸ਼ਨਲਿਜ਼ਮ 'ਚ, ਇਸ ਰਾਸ਼ਟਰਵਾਦ 'ਚ ਤੁਸੀਂ ਟਰਸਟ ਬ੍ਰੀਚ ਕਰਤਾ, ਇਹ ਤੋਂ ਬਾਅਦ ਰਹਿ ਹੀ ਕੀ ਜਾਂਦਾ। ਸੋ ਇਹਨਾਂ ਲਹਿਰਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ, ਇਹਦੇ ਬਾਰੇ ਪੜ੍ਹਨਾ, ਇਹਦਾ ਪੜਚੋਲ ਕਰਨਾ, ਇਹਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਇਹ ਲਹਿਰਾਂ ਸਾਨੂੰ ਬਹੁਤ ਕੁਝ ਸਿਖਾ ਜਾਂਦੀਆਂ। ਇਹਨੂੰ ਔਨ ਦਾ ਫੇਸ ਆਫ ਇਟ ਦੇਖੋ, ਸੋਸ਼ਲ ਮੀਡੀਆ ਬਹੁਤ ਪੋਜ਼ਿਟਿਵ ਪਲੇਟਫਾਰਮਾਂ, ਵੀ ਗੱਲ ਬਹੁਤ ਦੂਰ ਤਾਈਂ ਪਹੁੰਚਦੀ ਆ, ਪਰ ਸੋਸ਼ਲ ਮੀਡੀਆ ਤੇ ਹਰ ਬੰਦਾ ਜਿਹੜਾ ਬੈਠਾ ਉਹ ਇਹ ਵੀ ਸੋਚਣ ਲੱਗ ਜਾਂਦਾ ਵੀ ਮੈਂ ਇੱਥੇ ਕਦੇ ਵੀ ਕਿਸੇ ਵੀ ਟੌਪਿਕ ਤੇ ਗੱਲ ਕਰ ਸਕਦਾ ਜਾਂ ਮੈਂ ਕਿਸੇ ਵੀ ਵਿਅਕਤੀ ਬਾਰੇ ਬੋਲ ਸਕਦਾ। ਇਹ ਮੇਰੇ ਤੇ ਵੀ ਗੱਲ ਲਾਗੂ ਹੁੰਦੀ ਆ, ਪਰ ਮੈਂ ਫਿਰ ਆਪਦੇ ਆਪ ਨੂੰ ਥੋੜ੍ਹਾ ਬਹੁਤ ਇਸ ਪਾਸੇ ਲਾਇਆ ਵੀ ਮੈਂ ਇਸ ਲਹਿਰ ਬਾਰੇ ਵੀ ਪੜ੍ਹਾਂ, ਉਸ ਵਰਤਾਰੇ ਬਾਰੇ ਵੀ ਪੜ੍ਹਾਂ, ਉੱਥੇ ਰਾਸ਼ਟਰਵਾਦ ਨੇ ਕੀ ਰੋਲ ਪਲੇ ਕੀਤਾ ਉਸ ਬਾਰੇ ਵੀ ਪੜ੍ਹਾਂ, ਜਾਂ ਇਹ ਜਿਹੜਾ ਸਿੱਖਾਂ ਦਾ ਇੱਕ ਸਾਡਾ ਨਿਆਰਾਪਣ ਆ
ਜਾਂ ਜਿਹੜੀ ਸਾਡੀ ਡਿਸਟਿੰਕਟ ਆਈਡੈਂਟੀਟੀ ਆ ਅਸੀਂ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਜੋ ਕੁਝ ਕੀਤਾ ਉਹਦੇ ਬਾਰੇ ਵੀ ਪੜ੍ਹਾਂ, ਤੇ ਫਿਰ ਕੋਈ ਆਪਦਾ ਓਪੀਨੀਅਨ ਜਾਂ ਜਿਹੜਾ ਆਪਦਾ ਵਿਚਾਰ ਰੱਖਾਂ। ਕਿਉਂਕਿ ਜਿਹੜੇ ਵਿਚਾਰ ਆ ਉਹ ਬਹੁਤ ਜ਼ਿਆਦਾ ਵੱਡੇ ਵਿਸ਼ਲੇਸ਼ਣ ਤੋਂ ਪੜਚੋਲ ਤੋਂ ਬਾਅਦ ਬਣਦੇ ਹੁੰਦੇ ਆ। ਉਹ ਕਦੇ ਆਈ ਇਨਸਟੈਂਟ ਨਹੀਂ ਬਣ ਜਾਂਦੇ ਵੀ ਤੁਸੀਂ ਮੇਰਾ ਵੀ ਵੀਡੀਓ ਸੁਣ ਰਹੇ ਹੋ ਤੇ ਤੁਸੀਂ ਇਹਦੇ ਤੇ ਆਪਦੇ ਵਿਚਾਰ ਦੇਤੇ। ਇਨਸਟੈਂਟ ਵਿਚਾਰ ਨਹੀਂ ਬਣਦੇ ਹੁੰਦੇ। ਵਿਚਾਰ ਇੱਕ ਬਹੁਤ ਸਹਿਜ ਪ੍ਰਕਿਰਿਆ ਹੁੰਦੀ ਆ। ਵਿਚਾਰ ਮੇਰੇ ਖਿਆਲ 'ਚ ਜਿਵੇਂ ਆਪਾਂ ਕਹਿੰਦੇ ਆ ਵੀ ਹੌਲੀ ਹੌਲੀ ਸਭ ਕੁਝ ਪੜ੍ਹਨ ਤੋਂ ਬਾਅਦ, ਪੜਚੋਲ ਕਰਨ ਤੋਂ ਬਾਅਦ, ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਪੱਕਦੇ ਆ ਤੇ ਫਿਰ ਆਪਦਾ ਵਿਚਾਰ ਕੁਝ ਦਿੱਤਾ ਜਾ ਸਕਦਾ। ਤੇ ਵਿਚਾਰਾਂ 'ਚ ਜਾਂ ਵਖਰੇਵਾਂ ਹੋ ਸਕਦਾ, ਜਿਵੇਂ ਇੱਕ ਬਾਇਓਡਾਇਵਰਸਿਟੀ ਆ, ਇੱਕ ਕਲਚਰਲ ਡਾਇਵਰਸਿਟੀ ਆ, ਉਵੇਂ ਵਿਚਾਰਾਂ 'ਚ ਵੀ ਡਾਇਵਰਸਿਟੀ ਜਾਂ ਵਖਰੇਵਾਂ ਹੋ ਸਕਦਾ। ਤੇ ਉਹ ਵੀ ਆਪਸ 'ਚ ਮੇਰੇ ਖਿਆਲ 'ਚ ਸਾਨੂੰ ਜਿਹੜੇ ਗੱਲਬਾਤ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਨਜਿੱਠਿਆ ਜਾਣਾ ਚਾਹੀਦਾ। ਸੋ ਮੈਂ ਸਾਡੀ ਜਿਹੜੀ ਕੌਮ ਆ ਜਾਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਵੀ 1984 ਜੂਨ ਬਲੂ ਸਟਾਰ ਆਪਰੇਸ਼ਨ ਜਿਹੜਾ ਸਰਕਾਰ ਨੇ ਕੀਤਾ, ਜਾਂ ਸਾਡੇ ਲਈ ਉਹ ਮੈਸੇਕਾਰ ਸੀ, ਸਿੱਖਾਂ ਲਈ ਸਾਡੇ ਲਈ ਉਹ ਇੱਕ ਹੋਲੋਕਾਸਟ ਸੀ। ਸਾਡੇ ਤੇ ਤੁਸੀਂ ਅਟੈਕ ਕੀਤਾ, ਸਾਡੀ ਨਿਆਰੇਪਣ ਤੇ ਅਟੈਕ ਹੋਇਆ, ਸਾਡੀ ਕੌਮੀਅਤ ਤੇ ਅਟੈਕ ਹੋਇਆ, ਸਾਡੀ ਡਿਸਟਿੰਕਟ ਆਈਡੈਂਟੀਟੀ ਤੇ ਅਟੈਕ ਹੋਇਆ। ਕਿਉਂਕਿ ਸਿੱਖ ਇੱਕ ਅਜਿਹੀ ਜਾਂ ਇੱਕੋ ਇੱਕ ਕੌਮ ਆ ਇਸ ਦੇਸ਼ 'ਚ ਜਿਹੜੀ ਆਪਦੇ ਆਪ ਨੂੰ ਨਿਆਰਾ ਸਮਝਦੀ ਆ, ਜਿਹੜੀ ਕਿ ਹੈ ਨਿਆਰਾ। ਸਾਡੀ ਗੁਰੂ ਨੇ ਸਾਨੂੰ ਬਖਸ਼ਿਆ ਹੀ ਨਿਆਰਾਪਣ ਹੋਇਆ। ਪਰ ਅਸੀਂ ਇਹ ਵੀ ਕਹਿੰਦੇ ਆ ਵੀ ਸਾਨੂੰ ਡਾਇਵਰਸਿਟੀ ਦੇ ਅੰਦਰ ਰਹਿਣਾ ਆਉਂਦਾ, ਸਾਨੂੰ ਬ੍ਰਦਰਹੁੱਡ ਨਾਲ ਰਹਿਣਾ ਆਉਂਦਾ, ਸਾਨੂੰ ਕਿਸੇ ਦੇ ਨਿਆਰੇਪਣ ਤੋਂ ਵੀ ਕੋਈ ਪ੍ਰੋਬਲਮ ਨਹੀਂ ਆ। ਤੇ ਸਾਨੂੰ ਜਿਹੜੀ ਤੁਸੀਂ ਰਾਸ਼ਟਰਵਾਦ ਦੀ ਆਪਦੀ ਜਿਹੜੀ ਡੈਫੀਨੇਸ਼ਨ ਆ, ਉਹਦੇ 'ਚ ਸਾਡਾ ਨਿਆਰਾਪਣ ਵੀ ਤੁਸੀਂ ਲੈ ਕੇ ਆਓ ਤੇ ਉਸ ਤਰ੍ਹਾਂ ਤੁਸੀਂ ਰਾਸ਼ਟਰਵਾਦ ਨੂੰ ਡਿਫਾਈਨ ਕਰੋ। ਰਾਸ਼ਟਰਵਾਦ ਜਾਂ ਸਟੇਟ ਆਫ ਇੰਡੀਆ ਜਾਂ ਹੋਰ ਵੀ ਕੋਈ ਜਿਹੜਾ ਸੱਭਿਆਚਾਰਕ ਜਾਂ ਆਪਾਂ ਕਲਚਰਲ ਡਾਇਵਰਸਿਟੀ ਕਹਿੰਦੇ ਆ ਕਿਸੇ ਹੋਰ ਕੌਮ ਦੀ, ਉਹਨੂੰ ਵੀ ਲੈ ਕੇ ਆਓ। ਸੋ ਇਸ ਤਰ੍ਹਾਂ ਇਸ ਰਾਸ਼ਟਰਵਾਦ ਨੂੰ ਡਿਫਾਈਨ ਕੀਤਾ ਜਾਣਾ ਚਾਹੀਦਾ, ਜਿਹੜਾ ਕਿ ਮੌਕੇ ਦੀਆਂ ਸਰਕਾਰਾਂ ਜਾਂ ਜਿਹੜੀ ਇੱਕ ਮੈਜੋਰਿਟੀ ਫਿਲਾਸਫੀ ਆ ਉਹਨੂੰ ਮੇਰੇ ਖਿਆਲ 'ਚ ਐਕਸੈਪਟੇਬਲ ਨਹੀਂ ਆ। ਔਰ ਇਸ ਕਰਕੇ ਇਹ ਸਾਰੀ ਫ੍ਰਿਕਸ਼ਨ ਜਿਹੜੀ ਪੈਦਾ ਕੀਤੀ ਗਈ ਆ, ਤਾਂ ਇਸ ਕਰਕੇ ਜਿਹੜੀ ਉਹ ਲਹਿਰ ਉੱਠੀ ਸੀ ਜਿਹਦੇ ਮੋਢੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਸੀ, ਉਸ ਲਹਿਰ ਨੂੰ ਸਮਝਣਾ ਬਹੁਤ ਜ਼ਰੂਰੀ ਆ, ਉਹਦੇ ਬਾਰੇ ਪੜ੍ਹਿਆ ਜਾਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਵਿਅਕਤੀਗਤ ਗੱਲਾਂ ਨਹੀਂ ਹੁੰਦੀਆਂ। ਸੋ ਮੇਰੀ ਇਸ ਕਰਕੇ ਤੁਹਾਨੂੰ ਬੇਨਤੀ ਆ ਸਾਰੀ ਪੰਜਾਬੀ ਕੌਮ ਨੂੰ ਵੀ ਇਹਨੂੰ ਸਿਰਫ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਜੀ ਤੇ ਇੰਦਰਾ ਗਾਂਧੀ ਵਰਸਸ ਇੰਦਰਾ ਗਾਂਧੀ ਇਸ ਤਰ੍ਹਾਂ ਨਾ ਦੇਖੋ। ਇਹਦੇ ਤੇ ਪੜ੍ਹੋ, ਇਹਦੀ ਪੜਚੋਲ ਕਰੋ, ਇਹਦਾ ਵਿਸ਼ਲੇਸ਼ਣ ਉਦੋਂ ਬਾਅਦ ਕੀਤਾ ਜਾਣਾ ਚਾਹੀਦਾ ਜੀ। ਇਹਦੇ ਤੇ ਓਪੀਨੀਅਨ ਵੀ ਉਦੋਂ ਬਾਅਦ ਬਣਾਉਣਾ ਚਾਹੀਦਾ। ਇਹ ਸਾਡੇ ਇੱਕ ਜਿਹੜੀ ਇਤਿਹਾਸ ਦੀ ਬਹੁਤ ਵੱਡੀ ਘਟਨਾ, ਇਹ ਤੋਂ ਸਾਨੂੰ ਸਿੱਖਣਾ ਚਾਹੀਦਾ ਬਹੁਤ ਕੁਝ। ਕਿਉਂ ਹੋਇਆ ਇਹ ਵੀ ਲੱਭਣਾ ਚਾਹੀਦਾ ਤੇ ਉਦੋਂ ਬਾਅਦ ਸਿੱਖਣਾ ਵੀ ਬਹੁਤ ਜ਼ਰੂਰੀ ਆ ਸਾਡੇ ਲਈ, ਕਿਉਂਕਿ ਜਿਹੜੀਆਂ ਵੱਡੀਆਂ ਵੱਡੀਆਂ ਕੌਮਾਂ ਇਸ ਦੁਨੀਆ ਦੀਆਂ, ਉਹਨਾਂ ਤੇ ਵੀ ਬਹੁਤ ਅਤਿਆਚਾਰ ਹੋਏ ਆ। ਜਾਂ ਜਿਵੇਂ ਆਪਾਂ ਕਹਿ ਲਓ ਵੀ ਜਿਹੜੇ ਜਿਊਜ਼ ਆ ਉਹਨਾਂ ਤੇ ਬਹੁਤ ਅਤਿਆਚਾਰ ਹੋਏ ਆ, ਉਹਨਾਂ ਦਾ ਵੀ ਹੋਲੋਕਾਸਟ ਹੋਏ ਆ। ਤੇ ਉਹਨਾਂ ਨੇ ਇਹਨਾਂ ਚੀਜ਼ਾਂ ਬਾਰੇ ਕਿਉਂ ਹੋਇਆ ਇਹ ਵੀ ਰਿਸਰਚ ਕੀਤੀ ਤੇ ਇਸ ਗੱਲ ਤੋਂ ਸਿੱਖਿਆ ਵੀ ਅੱਗੇ ਤੋਂ ਇਹ ਗੱਲ ਸਾਡੇ ਨਾਲ ਨਾ ਵਾਪਰੇ। ਸੋ ਇਸ ਕਰਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਜੀ। ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹਣਾ, ਕੱਲ ਇੱਕ ਵੀਡੀਓ ਮੇਰੇ ਕੋਲੇ ਮੇਰੇ ਸਾਹਮਣੇ ਆਇਆ, ਜਿਹੜੇ ਆਪਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਆ, ਉਹਨਾਂ ਦਾ ਵੀਡੀਓ ਆ। ਉਹ ਤੀਜੇ ਕੁ ਦਿਨ ਲਾਈਵ ਹੋ ਕੇ ਜਾਂ ਆਪਦਾ ਵੀਡੀਓ ਬਣਾ ਲੈਂਦੇ ਆ ਵੀ ਦੇਖੋ ਫਲਾਨੇ ਜਿਹੜੇ ਜਥੇਦਾਰ ਜੀ ਆ ਉਹਨਾਂ ਨੇ ਮੇਰੇ ਬਾਰੇ ਫਲਾਂ ਗੱਲ ਕਹੀ, ਜਾਂ ਹੁਣ ਜਿਹੜੇ ਸਿੰਘ ਆ ਉਹਨਾਂ ਨੇ ਵਿਉਂਤ ਬਣਾ ਲਈ ਜੀ ਮੈਨੂੰ, ਹੁਣ ਉਹ ਕੋਈ ਹਾਨੀ ਪਹੁੰਚਾਉਣਗੇ, ਫਿਜ਼ੀਕਲ ਮੇਰੇ ਤੇ ਕੋਈ ਗੱਲ ਆਊਗੀ। ਸੋ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ, ਜਿਹੜੀ ਪੰਥਕ ਗੱਲ ਹੁੰਦੀ ਆ ਨਾ ਸਰਦਾਰ ਆਪਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ, ਉਹ ਪੰਥਕ ਗੱਲ ਨੂੰ ਪੰਥ ਦੇ ਵਿੱਚ ਹੀ ਵਿਚਾਰਿਆ ਜਾਂਦਾ ਹੁੰਦਾ। ਉਹ ਜਿਹੜਾ ਪੰਥ ਦਾ ਇੱਕ ਕੈਡਰ ਹੁੰਦਾ, ਸਿੱਖ ਕੈਡਰ ਆ ਜਾਂ ਸਿੱਖ ਵਿਦਵਾਨ ਆ, ਤੁਸੀਂ ਉਹਨਾਂ ਨਾਲ ਬੈਠ ਕੇ ਇਹ ਗੱਲਾਂ ਕਰੋ, ਉਹਨਾਂ ਨਾਲ ਨਜਿੱਠੋ। ਇਹਨੂੰ ਪਬਲਿਕ ਪਲੇਟਫਾਰਮ ਤੇ ਪਲੀਜ਼ ਨਾ ਡਿਸਕਸ ਕਰਿਆ ਕਰੋ, ਕਿਉਂਕਿ ਲੜਾਈ ਜਿਹੜੀ ਇਸ ਟਾਈਮ ਪੰਥ ਨੇ ਲੜਨੀ ਆ ਉਹ ਹੋਰ ਆ। ਤੁਸੀਂ ਆਪਦੇ ਜਿਹੜੇ ਵੱਖ-ਵੱਖ ਵਿਚਾਰਧਾਰਾਵਾਂ ਦੀ ਗੱਲ ਆ ਜਾਂ ਪੰਥ 'ਚ ਬਤੇਰੇ ਆਪਸ 'ਚ ਜਿਹੜੇ ਫ੍ਰਿਕਸ਼ਨਸ ਹੁੰਦੀਆਂ, ਉਹਨਾਂ ਨੂੰ ਹਮੇਸ਼ਾ ਪੰਥ ਨੇ ਆਪਦੇ ਵਿਦਵਾਨਾਂ ਨਾਲ, ਆਪਦੇ ਜਿਹੜੇ ਕੈਡਰ ਦੇ ਬੰਦੇ ਆ ਉਹਨਾਂ ਨਾਲ ਬੈਠ ਕੇ ਹੱਲ ਕੀਤਾ। ਉਹਨਾਂ ਨੂੰ
ਉਹਨਾਂ ਬੰਦਿਆਂ ਨੇ ਨਜਿੱਠਿਆ ਜਿਹੜੇ ਉਸ ਗੱਲ ਦੇ ਸਮਰੱਥ ਆ, ਉਹਨਾਂ ਸਿਧਾਂਤਾਂ ਨੂੰ ਸਮਝਣ ਦੇ ਸਮਰੱਥ ਆ। ਇਸ ਕਰਕੇ ਮੈਨੂੰ ਜਿਹੜੀ ਗੱਲ ਸਮਝ ਆਉਂਦੀ ਆ ਤੁਹਾਡਾ ਵੀਡੀਓ ਦੇਖ ਕੇ ਉਹ ਇਹ ਆ ਵੀ ਜਦੋਂ ਤੁਸੀਂ ਪਬਲਿਕ ਪਲੇਟਫਾਰਮ 'ਚ ਸਿੱਖ ਪੰਥ ਦੀ ਕੋਈ ਗੱਲ ਕਰਦੇ ਹੋ, ਇਹ ਬਹੁਤ ਹੀ ਹਲਕੀ ਤੇ ਬਹੁਤ ਹੀ ਮਾੜੀ ਗੱਲ ਆ। ਕਿਉਂਕਿ ਮੈਨੂੰ ਲੱਗਦਾ ਤੁਸੀਂ ਜਿਹੜਾ ਆਪ ਬਹੁਤ ਸੂਝਵਾਨ ਵਿਅਕਤੀ ਹੋ, ਗੁਰਮਤਿ ਪ੍ਰਚਾਰ ਕਰਦੇ ਹੋ, ਤਾਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਓ। ਅਕਾਲ ਤਖਤ ਸਾਹਿਬ ਦੇ ਸਾਡੇ ਜਥੇਦਾਰ ਆ ਸਤਿਕਾਰਯੋਗ ਜਿਹੜੇ, ਉਹਨਾਂ ਦੇ ਨਾਲ ਬੈਠੋ, ਉਹਨਾਂ ਕੋਲੇ ਆਪਦੇ ਮਸਲੇ ਦੱਸੋ, ਉਹਨਾਂ ਕੋਲੇ ਆਪਦੀਆਂ ਸਮੱਸਿਆਵਾਂ ਦੱਸੋ, ਤੇ ਉਦੋਂ ਬਾਅਦ ਪੰਥ ਉੱਥੇ ਬੈਠ ਕੇ ਉਹਨਾਂ ਸਮੱਸਿਆਵਾਂ ਨੂੰ ਨਜਿੱਠੇ। ਨਾ ਕਿ ਤੁਹਾਡੀਆਂ ਜਿਹੜੀਆਂ ਆਫਰਸ ਆਉਣ ਵੀ ਤੁਸੀਂ ਜਥੇਦਾਰ ਸਾਹਿਬ ਨੂੰ ਇਹ ਕਹੋ ਵੀ ਮੇਰੇ ਨਾਲ ਕਿਸੇ ਟੀਵੀ ਤੇ ਬੈਠ ਕੇ ਤੁਸੀਂ ਡਿਬੇਟ ਕਰ ਲਓ, ਤੇ ਉਸ ਟੀਵੀ 1-2 ਘੰਟੇ ਦੀ ਡਿਬੇਟ ਕਰੋ ਤੇ ਉੱਥੇ ਤੁਸੀਂ ਆਪਦੀ ਗੱਲ ਰੱਖੋ, ਮੈਂ ਆਪਦੀ ਗੱਲ ਰੱਖਾਂ। ਨਹੀਂ, ਪੰਥ ਨੇ ਹਮੇਸ਼ਾ ਹੀ, ਖਾਲਸਾ ਪੰਥ ਨੇ, ਸਿੱਖ ਪੰਥ ਨੇ ਆਪਦੇ ਜਿਹੜੇ ਮਸਲੇ ਆ ਉਹ ਆਪਦੇ ਅੰਦਰ ਬੈਠ ਕੇ ਡਿਸਕਸ ਕੀਤੇ ਆ। ਹੋਰ ਕੋਈ ਪ੍ਰੋਬਲਮ ਨਹੀਂ ਮੈਨੂੰ ਲੱਗਦਾ ਤੁਹਾਡੇ ਤੋਂ ਕਿਸੇ ਨੂੰ ਹੋ ਸਕਦੀ। ਤੁਸੀਂ ਜੇ ਗੁਰੂ ਸਾਹਿਬਾਨਾਂ ਦੀ ਜਾਂ ਸਾਡੇ ਜਿਹੜੇ ਸ਼੍ਰੀ ਗੋਬਿੰਦ ਸਿੰਘ ਸਾਹਿਬ 10ਵੇਂ ਪਾਤਸ਼ਾਹ ਉਹਨਾਂ ਦੀ ਇੱਜ਼ਤ ਕਰਦੇ ਹੋ ਜਾਂ ਪੰਥ ਦੀ ਇੱਕ ਮਰਿਆਦਾ ਨੂੰ ਸਮਝਦੇ ਹੋ, ਅਸੀਂ ਤਾਂ ਬਹੁਤ ਛੋਟੇ ਆ। ਮੈਨੂੰ ਇਸ ਕਰਕੇ ਇੱਥੇ ਬੋਲਣੀ ਪਈ ਕਿਉਂਕਿ ਪਬਲਿਕ ਪਲੇਟਫਾਰਮ ਤੇ, ਕਿਉਂਕਿ ਤੁਸੀਂ ਪਬਲਿਕ ਪਲੇਟਫਾਰਮ ਤੇ ਆ ਕੇ ਰੋਜ਼ ਗੱਲਾਂ ਕਰਦੇ ਹੋ, ਤੇ ਮੈਨੂੰ ਇਹ ਗੱਲ ਐਂ ਲੱਗਦੀ ਆ ਵੀ ਜਿਹੜੇ ਵਿਦਵਾਨ ਜਾਂ ਤੁਹਾਡੇ ਵਰਗੇ ਸੂਝਵਾਨ ਬੰਦੇ ਹੁੰਦੇ ਆ, ਉਹਨਾਂ ਨੂੰ ਇਹ ਗੱਲ ਨਹੀਂ ਸੁਹਾਉਂਦੀ। ਤੁਸੀਂ ਪੰਥ ਦੀਆਂ ਗੱਲਾਂ ਪੰਥ ਦੇ ਨਾਲ ਉਸ ਘਰ 'ਚ ਬੈਠ ਕੇ ਕਰੋ ਜਿਹੜਾ ਸਾਡੇ ਲਈ ਬਣਾਇਆ ਗਿਆ, ਜਾਂ ਸਾਡੇ ਲਈ ਇੱਕ ਜਿਹੜੀ ਮਰਿਆਦਾ ਤੈਅ ਕੀਤੀ ਗਈ ਆ, ਉਸ ਮਰਿਆਦਾ ਦੇ ਅਧੀਨ ਰਹਿ ਕੇ ਉਹ ਗੱਲਾਂ ਕਰੋ। ਤੇ ਇੱਜ਼ਤ ਜਿਹੜੇ ਜਥੇਦਾਰ ਸਾਹਿਬਾਨ ਆ ਉਹਨਾਂ ਨੂੰ ਬਖਸ਼ੋ। ਇਹ ਕਿਸੇ ਲਾਈਵ ਕਿਸੇ ਟੀਵੀ ਸ਼ੋਅ 'ਚ ਜਾਂ ਸੋਸ਼ਲ ਮੀਡੀਆ ਤੇ ਆ ਕੇ ਪੰਥ ਦੀਆਂ ਗੱਲਾਂ ਨਹੀਂ ਡਿਸਕਸ ਕੀਤੀਆਂ ਜਾ ਸਕਦੀਆਂ, ਕਿਉਂਕਿ ਲੋਕਾਂ 'ਚ ਉਨੀ ਸਮਰੱਥਾ ਜਾਂ ਸਾਡੇ 'ਚ ਉਨੀ ਸਮਰੱਥਾ ਨਹੀਂ ਆ। ਅਸੀਂ ਸਿੱਖ ਸਿਧਾਂਤਾਂ ਨੂੰ ਸਮਝੀਏ ਜਾਂ ਸਿੱਖ ਜਿਹੜੇ ਵਿਦਵਾਨ ਆ ਉਹਨਾਂ ਦੀਆਂ ਗੱਲਾਂ ਨੂੰ ਹਜੇ ਉਸ ਲੈਵਲ ਤੱਕ ਸਮਝੀਏ, ਤਾਂ ਪਬਲਿਕ ਪਲੇਟਫਾਰਮ ਤੇ ਜਾ ਕੇ ਇਹ ਗੱਲ ਬਹੁਤ ਦੂਰ ਤੱਕ ਤਾਂ ਜਾ ਸਕਦੀ ਆ, ਪਰ ਉਹਦੀ ਗਹਿਰਾਈ ਕੁਛ ਨਹੀਂ ਹੁੰਦੀ, ਉਹਦੇ 'ਚ ਡੈਪਥ ਖਤਮ ਹੋ ਜਾਂਦੀ ਆ। ਤਾਂ ਇਸ ਕਰਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਹਿਬ, ਤੁਸੀਂ ਪਲੀਜ਼ ਜਿਹੜੇ ਆਪਣੇ ਆਪ ਦੇ ਵਿਚਾਰ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਕੋਲੇ ਜਾ ਕੇ ਰੱਖੋ। ਉੱਥੇ ਤੁਸੀਂ ਨਤਮਸਤਕ ਹੋ, ਜਾ ਕੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਤਮਸਤਕ ਹੋ, ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ, ਤੇ ਜਥੇਦਾਰ ਸਾਹਿਬ ਕੋਲੇ ਆਪਦੀਆਂ ਸਮੱਸਿਆਵਾਂ, ਆਪਦੇ ਜਿਹੜੇ ਕੋਈ ਤੁਹਾਡੇ ਹੋਰ ਪ੍ਰੋਬਲਮਸ ਆ ਉਹਨਾਂ ਨੂੰ ਰੱਖੋ। ਤੇ ਇਹ ਆਪਦੇ ਘਰ ਦੀ ਗੱਲ ਘਰ 'ਚ ਨਜਿੱਠੀ ਜਾਣੀ ਚਾਹੀਦੀ ਆ। ਇਹਨੂੰ ਤੁਸੀਂ ਪਬਲਿਕ ਪਲੇਟਫਾਰਮ ਤੇ ਨਾ ਲੈ ਕੇ ਆਇਆ ਕਰੋ, ਇਹ ਬਹੁਤ ਕੋਈ ਚੰਗੀ ਗੱਲ ਨਹੀਂ ਆ। ਸਾਨੂੰ ਜਿੰਨੀ ਕੁ ਸਮਝ ਆ ਉਨੀ ਕੁ ਗੱਲ ਮੈਂ ਤੁਹਾਡੇ ਇਸ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਤੱਕ ਪਹੁੰਚਾਉਣਾ ਚਾਹਣਾ। ਬਾਕੀ ਤੁਸੀਂ ਸਤਿਕਾਰਯੋਗ ਹੋ, ਤੇ ਸਾਰੇ ਹੀ ਸਾਡੇ ਜਿਹੜੇ ਪੰਥ ਦੇ ਜਿਹੜੇ ਸਾਡੇ ਵਿਦਵਾਨ ਆ ਸਤਿਕਾਰਯੋਗ ਆ ਸਾਰਿਆਂ ਨੂੰ, ਤੇ ਆਪਣੇ ਜਿਹੜੇ ਹੋਰ ਕੌਮ ਦੇ ਬੰਦੇ ਆ ਜਾਂ ਪੰਜਾਬੀ ਆ ਉਹਨਾਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ। ਤੇ ਇਹੀ ਮੈਂ ਤੁਹਾਡੇ ਤੋਂ ਅਰਦਾਸ ਕਰਦਾ ਵੀ ਅਸੀਂ ਆਪਦੇ ਆਪ ਨੂੰ, ਆਪਦੇ ਕਿਰਦਾਰਾਂ ਨੂੰ ਤੇ ਸਪਿਰਚੁਅਲ ਜਿਹੜੀ ਸਾਡੇ 'ਚ ਇੱਕ ਰਿਸਰਚ। ਜੀ ਹਾਂ, ਵੀਡੀਓ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਹ ਸਮਾਂ ਚੱਲ ਰਿਹਾ ਹੈ ਜੂਨ ਦਾ, ਜਦੋਂ ਘੱਲੂਘਾਰਾ ਵਾਪਰਿਆ ਸੀ, ਅਤੇ ਉਸ ਸਮੇਂ ਨੂੰ ਲੈ ਕੇ ਦੀਪ ਸਿੱਧੂ ਨੇ ਸੰਤ ਜਰਨੈਲ ਸਿੰਘ ਭਿੰਡਰੀਆਂ ਵਾਲੇ ਨੂੰ ਲੈ ਕੇ ਕਾਫੀ ਖੁਲਾਸੇ ਕੀਤੇ ਨੇ। ਬਾਕੀ ਪੂਰੀ ਵੀਡੀਓ ਤੋਂ ਬਾਅਦ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਇਸ ਮੁੱਦੇ ਨੂੰ ਲੈ ਕੇ ਕਿੰਨਾ ਕੁ ਇਸ ਮੁੱਦੇ ਦਾ ਸਾਥ ਦੇ ਰਹੇ ਹੋ, ਆਪਣੇ ਵੱਲੋਂ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ।